ਕੋਵਿਡ ਇੱਕ ਇਹੋ ਜਿਹੀ ਪ੍ਰੋਬਲਮ ਆਈ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਕਿ ਇੱਕ ਸਦੀ ਦੀ ਮਹਾਮਾਰੀ ਦੇ ਤੌਰ ਤੇ ਜਾਣੀ ਜਾਵੇਗੀ ਤੇ ਕਿਸਾਨ ਅੰਦੋਲਨ ਮੇਰੀ ਜਾਚੇ ਉਸ ਤੋਂ ਵੀ ਵੱਡੀ ਜਿਹੜੀ ਘਟਨਾ ਹੋ ਕੇ ਨਿਬੜੇਗਾ, ਖਾਸ ਤੌਰ ਤੇ ਭਾਰਤ ਦੀ ਧਰਤੀ। ਇਸ ਅੰਦੋਲਨ ਦੀ ਜਿੱਤ ਨੂੰ ਲੈ ਕੇ ਅਸੀਂ ਸਾਰੇ ਬਹੁਤ ਖੁਸ਼ ਹਾਂ ਜੀ। ਅੱਜ ਤੋਂ ਵੀ ਜ਼ਿਆਦਾ ਖੁਸ਼ ਅਸੀਂ 19 ਤਰੀਕ ਨੂੰ ਸੀ, ਜਿਸ ਦਿਨ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਤਿੰਨੋਂ ਹੀ ਜਿਹੜੇ ਕਾਨੂੰਨ ਨੇ ਉਹ ਵਾਪਸ ਲੈ ਜਾਂਦੇ ਹਨ। ਐਮਐਸਪੀ ਨੂੰ ਤੁਸੀਂ ਇਦਾਂ ਸਮਝ ਲਓ ਕਿ ਉਹ ਇੱਕ ਵੱਡੀ ਬਿਮਾਰੀ ਸੀ, ਉਹ ਉਸ ਤੋਂ ਵੀ ਇੱਕ ਵੱਡੀ ਸਮੱਸਿਆ ਸੀ ਜੀ। ਅੰਦੋਲਨ ਵਾਲੇ ਤਿੰਨ ਕਾਨੂੰਨਾਂ ਨਾਲੋਂ ਵੀ ਵੱਡੀ ਜਿਹੜੀ ਗੱਲ ਹੈ ਉਹ ਐਮਐਸਪੀ ਹੈ। ਸਰਕਾਰ ਨੂੰ ਕੋਈ ਖਰੀਦਣ ਲਈ ਨਹੀਂ ਕਹਿ ਰਿਹਾ, ਸਿਰਫ ਔਰ ਸਿਰਫ ਰੇਟ ਤੈਅ ਕਰਨ ਦੀ ਗੱਲ ਹੋ ਰਹੀ ਹੈ ਜੀ। ਜੇਕਰ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਤੇ ਫਿਰ ਕਿਸਾਨਾਂ ਨੂੰ ਹੁਣ ਜਾਂ ਕਦੇ ਵੀ ਅੰਦੋਲਨ ਜਿਹੜੇ ਆ ਉਹ ਨਹੀਂ ਕਰਨੇ ਪੈਣਗੇ, ਫਿਰ ਇੱਕ ਸਿਸਟਮ ਜਿਹੜਾ ਆ ਉਹ ਡਿਵੈਲਪ ਹੋ ਜਾਏਗਾ। ਪ੍ਰਧਾਨ ਮੰਤਰੀ ਨੇ ਇਹਨਾਂ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਅੰਦੋਲਨ ਜੀਵੀ ਹੀ ਕਿਹਾ ਸੀ, ਪਰ ਅੰਤ ਨੂੰ ਇਹ ਗੱਲ ਸਹੀ ਸਿੱਧ ਹੋਈ ਆ ਸਵਲੀਨ ਜੀ ਕਿ ਜਿੱਤ ਜਿਹੜੀ ਆ ਉਹ ਅੰਦੋਲਨ ਜੀਵੀਆਂ ਦੀ ਹੀ ਹੋਈ ਆ। ਤਿੰਨ 378 ਦਿਨਾਂ ਦਾ ਸਬਰ ਅੱਜ ਕਿਸਾਨਾਂ ਦੀ ਝੋਲੀ 'ਚ ਪਿਆ ਆ। ਫਾਈਨਲੀ ਕਿਸਾਨਾਂ ਨੇ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਆ। ਕੀ ਕਹਿਣਾ ਚਾਹੋਗੇ ਸਵਲੀਨ ਜੀ? ਜਿੰਨੇ ਸੋਹਣੇ ਤਰੀਕੇ ਨਾਲ ਤੁਸੀਂ ਇੱਕ ਲਾਈਨ 'ਚ ਗੱਲ ਮੁਕਾ ਦਿੱਤੀ, ਜੇ ਇਹੀ ਇੱਕ ਲਾਈਨ ਦੇ ਵਿੱਚ ਗੱਲ ਸਰਕਾਰ ਨੇ ਉਦੋਂ ਮੁਕਾ ਦਿੱਤੀ ਹੁੰਦੀ ਤੇ ਗੱਲ ਫਿਰ ਕੁਝ ਵੀ ਨਹੀਂ ਸੀ ਹੋਣੀ। ਸਮੱਸਿਆ ਨੂੰ ਕਈ ਵਾਰ ਸਮਝਣ ਨੂੰ ਬਹੁਤ ਸਮਾਂ ਲੱਗ ਜਾਂਦਾ ਤੇ ਉਹਦਾ ਜਿਹੜਾ ਹੱਲ ਆ ਉਹ ਹਾਲਾਂਕਿ ਬਹੁਤ ਸੌਖਾ ਹੁੰਦਾ। ਜਿਹੜਾ ਰੋਗ ਦਾ ਜਿਹੜਾ ਨਾ ਕਾਰਨ ਲੱਭਣੇ ਆ, ਡਾਇਗਨੋਸ ਜਿਹੜਾ ਆ ਉਹੀ ਵੱਡੀ ਗੱਲ ਆ। ਦਵਾਈ ਤੇ ਪਤਾ ਹੁੰਦਾ ਫਿਰ ਮੁੜ ਕੇ ਕਿਹੜੀ ਹੈ ਤੇ ਕਿਹੜੀ ਨਹੀਂ ਹੈ। ਜੇਕਰ ਇਸ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਮੇਰੀ ਜਾਚੇ ਇਹ ਦੁਨੀਆ ਦੀਆਂ ਮਹਾਨ ਤੇ ਬਹੁਤ ਵੱਡੀਆਂ ਘਟਨਾਵਾਂ 'ਚ ਗਿਣੀ ਜਾਣ ਵਾਲੀ ਗੱਲ ਹੋਵੇਗੀ ਇਸ ਸਦੀ ਦੀ। ਹਾਲਾਂਕਿ ਦੁਨੀਆ ਬਹੁਤ ਵੱਡੀ ਆ, ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰਦੀਆਂ ਨੇ ਤੇ ਉਨੀ ਹੀ ਤੇਜ਼ੀ ਨਾਲ ਪੁਰਾਣੀਆਂ ਵੀ ਹੁੰਦੀਆਂ ਨੇ। ਕੋਵਿਡ ਇੱਕ ਇਹੋ ਜਿਹੀ ਪ੍ਰੋਬਲਮ ਆਈ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਕਿ ਇੱਕ ਸਦੀ ਦੀ ਮਹਾਮਾਰੀ ਦੇ ਤੌਰ ਤੇ ਜਾਣੀ ਜਾਵੇਗੀ, ਜਿਹਨੇ ਲੱਖਾਂ ਜ਼ਿੰਦਗੀਆਂ ਨੂੰ ਇਸ ਧਰਤੀ ਤੋਂ ਚੁੱਕ ਲਿਆ। ਤੇ ਕਿਸਾਨ ਅੰਦੋਲਨ ਮੇਰੀ ਜਾਚੇ ਉਸ ਤੋਂ ਵੀ ਵੱਡੀ ਜਿਹੜੀ ਘਟਨਾ ਹੋ ਕੇ ਨਿਬੜੇਗਾ, ਖਾਸ ਤੌਰ ਤੇ ਭਾਰਤ ਦੀ ਧਰਤੀ ਲਈ ਜੀ। ਗੱਲ ਜਦੋਂ ਫਿਰ ਅਸੀਂ ਕਰਦੇ ਹਾਂ ਤੇ ਗੱਲ ਕੁਝ ਵੀ ਨਹੀਂ ਸੀ, ਤੇ ਜੇਕਰ ਅਸੀਂ ਉਹਨੂੰ ਇੱਕ ਹਿੰਡ ਦੇ ਤੌਰ ਤੇ ਦੇਖੀਏ ਤੇ ਗੱਲ ਬੜੀ ਵੱਡੀ ਸੀ। ਲਗਭਗ ਦੋਨੋਂ ਹੀ ਧਿਰਾਂ ਇਹ ਕਹਿੰਦੀਆਂ ਸੀ ਕਿ ਮੈਂ ਨਹੀਂ ਮੰਨਣਾ। ਸਰਕਾਰ ਬਜਿੱਦ ਸੀ ਕਿ ਕਾਨੂੰਨ ਨਹੀਂ ਜੇ ਵਾਪਸ ਕਰਨੇ, ਜੋ ਹੁੰਦਾ ਉਹ ਕਰ ਲਓ। ਤੇ ਕਿਸਾਨ ਇਸ ਗੱਲ ਤੋਂ ਬਜਿੱਦ ਸੀ ਕਿ ਕਾਨੂੰਨ ਵਾਪਸ ਕਰਾਉਣੇ ਨੇ, ਹੋਰ ਕੁਝ ਨਹੀਂ ਜੇ ਕਰਨਾ, ਭਾਵੇਂ ਜੋ ਮਰਜ਼ੀ ਕਰ ਲਓ। ਤੇ ਉਹਦਾ ਅੰਤ ਜਿਹੜਾ ਹੋਇਆ ਉਹ ਇੱਕ ਬਹੁਤ ਹੀ ਸੁਖਦ ਅੰਤ ਹੋਇਆ। ਤੁਸੀਂ ਇੱਦਾਂ ਕਹਿ ਲਓ ਕਿ ਅੱਜ ਅਸੀਂ ਮੀਡੀਆ ਦੇ ਲੋਕ ਵੀ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹੋਣ ਕਰਕੇ ਲੋਕ ਵੀ ਤੇ ਪੰਜਾਬ ਦੇ ਲੋਕ ਵੀ ਤੇ ਖੇਤੀ ਨਾਲ ਸਿੱਧੇ ਤੌਰ ਤੇ ਜੁੜੇ ਹੋਣ ਕਰਕੇ ਵੀ ਇਸ ਸਮੱਸਿਆ ਨੂੰ, ਇਸ ਅੰਦੋਲਨ ਦੀ ਜਿੱਤ ਨੂੰ ਲੈ ਕੇ ਅਸੀਂ ਸਾਰੇ ਬਹੁਤ ਖੁਸ਼ ਹਾਂ ਜੀ। ਅੱਜ ਤੋਂ ਵੀ ਜ਼ਿਆਦਾ ਖੁਸ਼ ਅਸੀਂ 19 ਤਰੀਕ ਨੂੰ ਸੀ, ਜਿਸ ਦਿਨ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਤਿੰਨੋਂ ਹੀ ਜਿਹੜੇ ਕਾਨੂੰਨ ਨੇ ਉਹ ਵਾਪਸ ਲੈ ਜਾਂਦੇ ਹਨ। ਬਾਅਦ ਦੀਆਂ ਜਿਹੜੀਆਂ ਉਤੋਂ ਘਟਨਾਵਾਂ ਸੀ, ਕੁਝ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਹੋਰ ਸਮੱਸਿਆਵਾਂ ਸੀ, ਜਿੱਦਾਂ ਤੁਸੀਂ ਇਹ ਕਹਿ ਲਓ ਕਿ ਇੱਕ ਵੱਡੀ ਬਿਮਾਰੀ ਸੀ ਤੇ ਨਾਲ 2-3-4 ਛੋਟੀਆਂ ਅਲਾਮਤਾਂ ਵੀ ਉਸ ਡਿਊਰੇਸ਼ਨ ਦੇ ਨਾਲ ਜੁੜ ਗਈਆਂ ਸੀ, ਜਿਵੇਂ ਕਿਸਾਨਾਂ ਦੇ ਪਰਚੇ ਨੇ ਤੇ ਨਾਲ ਦੀ ਨਾਲ ਉਹ ਪਰਾਲੀ ਵਾਲੀ ਘਟਨਾ, ਉਸ ਸਮੇਂ ਦੇ ਦੌਰਾਨ ਹੋਈਆਂ ਮੌਤਾਂ ਦਾ ਵੇਰਵਾ ਤੇ ਮੌਤਾਂ ਤੇ ਬਾਅਦ ਦੀ ਜਿਹੜੀ ਉਹਨਾਂ ਦੇ ਉੱਤੇ ਮੁਆਵਜ਼ੇ, ਉਹਨਾਂ ਲੋਕਾਂ ਨੂੰ ਨੌਕਰੀ ਦੀ ਗੱਲ, ਜੋ ਵੀ ਘਟਨਾਵਾਂ। ਬਿਲਕੁਲ ਐਮਐਸਪੀ ਨੂੰ ਤੁਸੀਂ ਇਦਾਂ ਸਮਝ ਲਓ ਕਿ ਉਹ ਇੱਕ ਵੱਡੀ ਬਿਮਾਰੀ ਸੀ, ਉਹ ਉਸ ਤੋਂ ਵੀ ਇੱਕ ਵੱਡੀ ਸਮੱਸਿਆ ਸੀ। ਅੰਦੋਲਨ ਵਾਲੇ ਤਿੰਨ ਕਾਨੂੰਨਾਂ ਨਾਲੋਂ ਵੀ ਵੱਡੀ ਜਿਹੜੀ ਗੱਲ ਹੈ ਉਹ ਐਮਐਸਪੀ ਆ। ਜੇਕਰ ਸਰਕਾਰ ਜਾਂ ਸਰਕਾਰੀ ਧਿਰਾਂ ਜਾਂ ਫਿਰ ਭਾਰਤ ਦਾ ਜਿਹੜਾ ਸਿਸਟਮ ਆ ਸਾਰਾ, ਉਹ ਕਿਸਾਨ ਨੂੰ ਵੀ ਇੱਕ ਪ੍ਰੋਡਿਊਸਰ ਮੰਨ ਲਏ, ਉਹ ਕਿਸਾਨ ਖੇਤੀ ਨੂੰ ਵੀ ਇੱਕ ਉਦਯੋਗ ਮੰਨ ਲਏ। ਇੱਥੇ ਵੀ ਗੱਲ ਚਰਚਾ ਛਿੜੀ ਸੀ ਕੁਝ ਸਾਲ ਪਹਿਲਾਂ ਵੀ ਖੇਤੀ ਨੂੰ ਉਦਯੋਗ ਮੰਨਿਆ ਜਾਵੇ ਜੀ, ਖੇਤੀ ਨੂੰ ਇੱਕ ਇੰਡਸਟਰੀ ਦੇ ਤੌਰ ਤੇ ਤਸਲੀਮ ਕੀਤਾ ਜਾਵੇ। ਇਸ ਗੱਲ ਨੂੰ ਮੰਨਿਆ ਜਾਵੇ ਕਿ ਜਿਹੜੇ ਕਿਸਾਨ ਨੇ ਉਹ ਵੀ ਇੱਕ ਉਦਯੋਗਿਕ ਇਕਾਈ ਦੇ ਤੌਰ ਤੇ ਕੰਮ ਕਰਦੇ ਨੇ ਤੇ ਕੁਝ ਉਹ ਧਰਤੀ ਤੋਂ ਉਗਾਉਂਦੇ ਨੇ, ਜਿਹੜਾ ਕਿ ਸਾਰੀਆਂ ਦੀਆਂ ਸਾਰੀਆਂ ਇੰਡਸਟਰੀ ਲਈ ਰॉ ਮਟੀਰੀਅਲ ਜਿਹੜਾ ਹੈ ਉਹ ਧਰਤੀ ਚੋਂ ਆਉਂਦਾ ਜੀ। ਤੇ ਜੇਕਰ ਬਾਕੀ ਦੁਨੀਆ ਦੇ ਸਾਰੇ ਪ੍ਰੋਡਿਊਸਰ ਜਿਹੜੇ ਨੇ ਆਪਣੀ ਪ੍ਰੋਡਿਊਸ ਕੀਤੀ ਹੋਈ ਚੀਜ਼ ਨੂੰ, ਆਪਣੀ ਬਣਾਈ ਹੋਈ ਚੀਜ਼ ਨੂੰ ਦਾ ਜਿਹੜਾ ਰੇਟ ਆ, ਮੁੱਲ ਆ, ਉਹ ਆਪ ਤੈਅ ਕਰਦੇ ਨੇ, ਉਹਦੇ 'ਚ ਕੈਪੀਟਲ ਦਾ ਇੰਟਰਸਟ ਐਡ ਕਰਦੇ ਨੇ, ਉਹਦੇ ਵਿੱਚ ਆਪਣੇ
ਸਮੇਂ ਦੀ ਜਿਹੜੀ ਕੀਮਤ ਆ ਉਹ ਲਾਉਂਦੇ ਨੇ, ਉਹਦੇ 'ਚ ਆਪਣੇ ਵੱਲੋਂ ਕੀਤੀ ਹੋਈ ਮਿਹਨਤ ਲਾਉਂਦੇ ਨੇ, ਉਹਦੇ ਵਿੱਚ ਜੋ ਕੁਝ ਉਹਨਾਂ ਨੇ ਰਾ ਮਟੀਰੀਅਲ ਯੂਜ਼ ਕੀਤਾ ਹੈ ਉਹਦੀ ਇਨਪੁਟ ਵਿੱਚ ਲਾਉਂਦੇ ਨੇ, ਆਪਣੀ ਉਸ ਤੋਂ ਬਾਅਦ ਫਿਰ ਆਪਣਾ ਕੁਝ % ਪ੍ਰੋਫਿਟ ਐਡ ਕਰਦੇ ਨੇ, ਫਿਰ ਆਪਣੀ ਚੀਜ਼ ਦਾ ਮੁੱਲ ਤੈਅ ਕਰਦੇ ਨੇ ਜੀ ਪ੍ਰੋਡਿਊਸਰ। ਉਸ ਤੋਂ ਬਾਅਦ ਫਿਰ ਜਦੋਂ ਚੀਜ਼ ਸਟਾਕਿਸਟ ਕੋਲ ਜਾਂਦੀ ਆ, ਸਟਾਕਿਸਟ ਦਾ ਜਿਹੜਾ ਆ ਉਹਦੇ ਤੇ ਲੱਗ ਜਾਂਦਾ, ਐਡਵਰਟਾਈਜ਼ਮੈਂਟ ਦੇ ਖਰਚੇ ਲੱਗਦੇ ਨੇ, ਟਰਾਂਸਪੋਰਟ ਕਾਸਟ ਲੱਗਦੀ ਆ, ਫਿਰ ਮੁੜ ਕੇ ਜਦੋਂ ਸ਼ੋਰੂਮ ਤੱਕ ਚੀਜ਼ ਪਹੁੰਚਦੀ ਆ ਤੇ ਉਹਦੇ ਤੇ ਇੱਕ ਵੱਖਰਾ ਲੇਬਲ ਜਿਹੜਾ ਆ ਉਹ MRP ਜਾਂ ਜਿਹਨੂੰ ਮੈਕਸਿਮਮ ਰਿਟੇਲ ਪ੍ਰਾਈਸ ਕਹਿੰਦੇ ਆ ਉਹ ਲੱਗਦੀ ਆ। ਪਰ ਖੇਤੀ ਦੇ ਮਾਮਲੇ ਵਿੱਚ ਸਵਲੀਨ ਜੀ ਇਦਾਂ ਨਹੀਂ ਹੁੰਦਾ। ਇਸੇ ਕਰਕੇ ਜਿਹੜੀ ਇਹ ਸਮੱਸਿਆ ਦੀ ਮੂਲ ਇਹਨਾਂ ਕਾਨੂੰਨਾਂ ਤੋਂ ਵੀ ਪਹਿਲਾਂ ਦੀ ਜਿਹੜੀ ਸਮੱਸਿਆ ਮੂਲ ਆ ਉਹ ਇਹੀ ਆ ਕਿ ਕਿੰਨੀ ਚੀਜ਼ ਉਗਾਈ ਜਾਵੇ, ਕਿਹੜੀ ਚੀਜ਼ ਉਗਾਈ ਜਾਵੇ, ਉਹਦੇ ਲਈ ਵਰਤੀ ਜਾਣ ਵਾਲੀਆਂ ਦਵਾਈਆਂ, ਉਹਦੇ ਲਈ ਵਰਤੀਆਂ ਜਾਣ ਵਾਲੀਆਂ ਖਾਦਾਂ, ਉਹਦੇ ਲਈ ਵਰਤੀਆਂ ਜਾਣ ਵਾਲੀਆਂ ਸਪਰੇਆਂ, ਉਹਨਾਂ ਦੀ ਜਿਹੜੀ ਆ ਸੀਮਾ ਨਿਰਧਾਰਿਤ ਹੋਵੇ। ਕਿਸਾਨਾਂ ਨੂੰ ਇੰਨਾ ਅਵੇਅਰ ਕੀਤਾ ਜਾਵੇ ਕਿ ਸਾਰੀਆਂ ਚੀਜ਼ਾਂ ਨੂੰ ਉਹ ਠੀਕ ਠਾਕ ਕਰ ਸਕਣ। ਉਸ ਤੋਂ ਬਾਅਦ ਟਰਾਂਸਪੋਰਟੇਸ਼ਨ, ਮੰਡੀਕਰਨ ਤੇ ਭੰਡਾਰੀਕਰਨ, ਸਟੋਰੇਜ, ਮਾਰਕੀਟਿੰਗ ਤੇ ਟਰਾਂਸਪੋਰਟੇਸ਼ਨ, ਇਹਨਾਂ ਸਾਰੀਆਂ ਚੀਜ਼ਾਂ ਦੇ ਸਮੁਚਿਤ ਪ੍ਰਬੰਧ ਕੀਤੇ ਜਾਣ। ਇਹ ਸਾਰੀਆਂ ਚੀਜ਼ਾਂ ਕਿਸਾਨ ਆਪਣੇ ਲੈਵਲ ਤੇ ਨਹੀਂ ਕਰ ਸਕਦੇ ਤੇ ਜੇਕਰ ਫਿਰ MSP ਜਿਹੜੀ ਆ ਨਿਰਧਾਰਿਤ ਕਰ ਦਿੱਤੀ ਜਾਵੇ, ਉਹਦੇ ਰਸਤੇ 'ਚ ਰੋੜਾ ਦੱਸ ਦਿੱਤਾ ਜਾਂਦਾ ਕਿ ਸਰਕਾਰ ਇਹਨਾਂ ਚੀਜ਼ਾਂ ਨੂੰ ਖਰੀਦੇਗੀ ਨਹੀਂ। ਦੇਖੋ, ਸਰਕਾਰ ਨੂੰ ਕੋਈ ਖਰੀਦਣ ਲਈ ਨਹੀਂ ਕਹਿ ਰਿਹਾ, ਸਿਰਫ ਔਰ ਸਿਰਫ ਰੇਟ ਤੈਅ ਕਰਨ ਦੀ ਗੱਲ ਹੋ ਰਹੀ ਹੈ। ਜੇਕਰ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਤੇ ਫਿਰ ਕਿਸਾਨਾਂ ਨੂੰ ਹੁਣ ਜਾਂ ਕਦੇ ਵੀ ਅੰਦੋਲਨ ਜਿਹੜੇ ਆ ਉਹ ਨਹੀਂ ਕਰਨੇ ਪੈਣਗੇ। ਫਿਰ ਇੱਕ ਸਿਸਟਮ ਜਿਹੜਾ ਆ ਉਹ ਡਿਵੈਲਪ ਹੋ ਜਾਏਗਾ ਜਿਹਦੇ ਵਿੱਚ ਖੇਤੀ ਆਧਾਰਿਤ ਲੋਕ ਜਿਹੜੇ ਆ ਉਹ ਆਪਣੀ ਉਪਜ ਦਾ ਪੂਰਾ ਮੁੱਲ ਉਹਨਾਂ ਨੂੰ ਮਿਲੇ। ਉਸ ਤੋਂ ਬਾਅਦ ਫਿਰ ਉਹ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡੀ ਚੇਂਜ ਜਿਹੜੀ ਉਹ ਆ ਸਕਦੀ ਹੈ। ਜਿਹੜੀਆਂ ਗੱਲਾਂ ਨੂੰ ਲੈ ਕੇ ਕਿਸਾਨਾਂ ਦੇ ਵਾਲੇ ਪਾਸੇ 'ਚ ਤਰੁੱਟੀਆਂ ਨੇ, ਉਣਤਾਈਆਂ ਨੇ, ਉਹਨਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਜਾ ਸਕਦੇ ਨੇ। ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ, ਚਾਹੇ ਉਹ ਖਾਦਾਂ ਦੀ ਵਧੇਰੇ ਵਰਤੋਂ ਆ, ਚਾਹੇ ਉਹ ਸਪਰੇਆਂ ਦੀ ਵਧੇਰੇ ਵਰਤੋਂ ਆ, ਚਾਹੇ ਉਹ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਆ, ਤੇ ਚਾਹੇ ਉਹ ਇੱਕ ਹੀ ਫਸਲ ਨੂੰ ਉਗਾਉਣ ਦੀ ਗੱਲ। ਜੇਕਰ ਇਸ ਗੱਲ ਤੋਂ ਹੁਣ MSP ਵਾਲੀ ਗੱਲ ਤੋਂ ਵਾਪਸ ਅਸੀਂ ਅੰਦੋਲਨ ਦੀ ਗੱਲ ਤੇ ਆਈਏ ਤੇ ਸਬਰ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਲਾ ਮਿਸਾਲ ਇੱਕ ਵੰਨਗੀ ਪੇਸ਼ ਕੀਤੀ ਆ ਕਿਸਾਨਾਂ ਨੇ। ਕਿਸਾਨ ਅੰਦੋਲਨ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬਾਰ-ਬਾਰ ਇਸ ਗੱਲ ਲਈ ਵਧਾਈ ਆ ਤੇ ਜਿੰਨਾ ਵੀ ਅਸੀਂ ਕਹੀਏ ਉਸ ਤੋਂ ਵੀ ਵੱਧ ਉਹਨਾਂ ਨੂੰ ਸਲਾਮ ਆ, ਉਹਨਾਂ ਦੇ ਇਸ ਜਜ਼ਬੇ ਨੂੰ, ਉਹਨਾਂ ਦੀ ਇਸ ਸੋਚ ਨੂੰ, ਜਿਨ੍ਹਾਂ ਨੇ ਕਿ ਇਹ ਗੱਲ, ਹਾਲਾਂਕਿ ਸਾਡੀ ਸੱਤਾਧਾਰੀ ਧਿਰ ਮਹਾਤਮਾ ਗਾਂਧੀ ਦਾ ਬਹੁਤ ਰਿਗਾਰਡ ਕਰਦੀ ਆ, ਸਾਰੀ ਹੀ ਦੁਨੀਆ ਉਸ ਬੰਦੇ ਦੀ ਜਿਹੜੀ ਆ ਉਹ ਪ੍ਰਸ਼ੰਸਾ ਕਰਦੀ ਆ ਕਿ ਉਹਨਾਂ ਨੇ ਲੋਕਤੰਤਰ ਕਦਰਾਂ ਕੀਮਤਾਂ ਦੇ ਵਿੱਚ ਅੰਦੋਲਨ ਨੂੰ ਅਤੇ ਵਿਰੋਧ ਦਰਸਾਉਣ ਦੇ ਨਵੇਂ ਤਰੀਕੇ ਇਜਾਦ ਕੀਤੇ ਤੇ ਉਹਨਾਂ ਨੂੰ ਅਪਲਾਈ ਕੀਤਾ, ਉਹਨਾਂ ਨੂੰ ਸਫਲ ਕਰਕੇ ਦਿਖਾਇਆ। ਇਹ ਸੱਤਾਧਾਰੀ ਧਿਰ ਜਿਹੜੀ ਆ ਇਹ ਹਾਲਾਂਕਿ ਇੱਕ ਖਾਸ ਤਰ੍ਹਾਂ ਦੀ ਸੋਚ ਦੀ ਜਿਹੜੀ ਆ ਉਹ ਮਾਲਕ ਆ। ਇਹ ਤੇ ਮਹਾਤਮਾ ਗਾਂਧੀ ਦੇ ਇਵਜ਼ ਦੇ ਵਿੱਚ ਗੋਡਸੇ ਦਾ ਵੀ ਸਤਿਕਾਰ ਕਰਨ ਵਾਲੇ ਲੋਕ ਨੇ, ਪਰ ਕਿਸਾਨ ਆਗੂਆਂ ਨੇ ਇਹ ਗੱਲ ਦੱਸ ਦਿੱਤੀ ਕਿ ਤੁਸੀਂ ਜਿਸ ਮਰਜ਼ੀ ਸੋਚ ਦੇ ਧਾਰਨੀ ਹੋਵੋ, ਗਾਂਧੀ ਦੇ ਤੱਥਾਂ ਨੂੰ ਕਦੇ ਵੀ ਤੁਸੀਂ ਝੁਠਲਾ ਨਹੀਂ ਸਕੋਗੇ। ਭਾਵੇਂ ਪ੍ਰਧਾਨ ਮੰਤਰੀ ਨੇ ਇਹਨਾਂ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਅੰਦੋਲਨ ਜੀਵੀ ਹੀ ਕਿਹਾ ਸੀ, ਪਰ ਅੰਤ ਨੂੰ ਇਹ ਗੱਲ ਸਹੀ ਸਿੱਧ ਹੋਈ ਆ ਸਵਲੀਨ ਜੀ ਕਿ ਜਿੱਤ ਜਿਹੜੀ ਆ ਉਹ ਅੰਦੋਲਨ ਜੀਵੀਆਂ ਦੀ ਹੀ ਹੋਈ ਆ। ਜਿੱਤ ਜਿਹੜੀ ਆ ਉਹ ਆਪਣੇ ਹੱਕਾਂ ਦੀ ਰਾਖੀ ਕਰਨ ਵਾਲੇ ਲੋਕਾਂ ਦੀ ਹੋਈ ਆ। ਜਿੱਤ ਜਿਹੜੀ ਆ ਉਹ ਸੱਚ ਦੇ ਪਹਿਰਾ ਦੇਣ ਵਾਲੇ ਲੋਕਾਂ ਦੀ ਹੋਈ ਆ ਤੇ ਜਿੱਤ ਜਿਹੜੀ ਆ ਉਹ ਸ਼ਾਂਤੀ ਦੇ ਤਰੀਕੇ ਦੇ ਨਾਲ ਆਪਣੀ ਗੱਲ ਰੱਖਣ ਵਾਲੇ ਲੋਕਾਂ ਦੀ ਹੋਈ ਆ। ਜਿੱਦਾਂ ਅਸੀਂ ਅਕਸਰ ਕਹਿੰਦੇ ਆ ਕਿ ਹਿੰਸਾ ਜਾਂ ਲੜਾਈ ਜਿਹੜੀ ਆ ਉਹ ਕਿਸੇ ਮਸਲੇ ਦਾ ਹੱਲ ਨਹੀਂ। ਹਿੰਸਾ ਜਾਂ ਲੜਾਈ ਆਪਣੇ ਆਪ ਦੇ ਵਿੱਚ ਇੱਕ ਨਵਾਂ ਮਸਲਾ ਬਣ ਕੇ ਸਾਹਮਣੇ ਆਉਂਦੀ ਆ ਜਿਹਨੂੰ ਹੱਲ ਕਰਨ ਲਈ ਫਿਰ ਹੋਰ ਗੱਲਬਾਤ ਤੇ ਹੋਰ ਚਿੰਤਨ ਤੇ ਹੋਰ ਮੰਥਨ ਕਰਨਾ ਪੈਂਦਾ। ਜੇਕਰ ਇਸ ਸਾਰੀ ਘਟਨਾ ਨੂੰ ਦੇਖੀਏ ਤੇ ਜਿਹੜੀ ਆ ਕੇਸਾਂ ਵਾਲੀ ਕਹਾਣੀ ਆ ਇਹ ਵੀ ਉਸੇ ਪਾਸਿਓਂ ਆ ਕੇ ਨਿਕਲੀ ਹੋਈ ਇੱਕ ਅਲਾਮਤ ਆ। ਚਾਹੇ ਹਰਿਆਣਾ ਸਰਕਾਰ ਨੇ ਕਿਸਾਨਾਂ ਦਾ ਵਿਰੋਧ ਕੀਤਾ, ਚਾਹੇ ਉਹ 26 ਜਨਵਰੀ ਵਾਲੀ ਘਟਨਾ ਤੋਂ ਬਾਅਦ ਜਿਹੜੀ ਸਾਰੀ ਘਟਨਾਕ੍ਰਮ ਵਾਪਰਿਆ ਉਹਦੇ ਨਾਲ ਸੰਬੰਧਿਤ ਕੇਸ ਨੇ, ਚਾਹੇ ਹੋਰ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਵਿੱਚ, ਹਰਿਆਣੇ ਦੇ ਵਿੱਚ ਹੀ ਹਰਿਆਣਾ ਸਰਕਾਰ ਦੇ ਜਿਹੜੇ ਲੋਕਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਉੱਤੇ ਲਾਠੀਚਾਰਜ ਹੋਣ ਦੇ ਕੇਸ ਹੋਏ, ਜਾਂ ਫਿਰ ਉਹਨਾਂ ਦੇ ਹੈਲੀਕਾਪਟਰ ਨੂੰ ਰੋਕ ਲੈਣ ਦੇ ਵਰਗੀਆਂ ਘਟਨਾਵਾਂ ਦੇ ਕੇਸ ਹੋਏ, ਜਾਂ ਪੰਜਾਬ ਦੇ ਵਿੱਚ ਵੀ ਕੁਝ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿੱਥੇ ਕਿਤੇ ਨਾ ਕਿਤੇ ਥੋੜੇ ਬਹੁਤ ਕਿਸਾਨ ਵੀ ਉਗਰ ਨਜ਼ਰ ਆਏ। ਉਹ ਸਾਰੇ ਕੇਸਾਂ ਨੇ ਲੈ ਕੇ ਫਿਰ ਇਹਨੂੰ 19 ਤਰੀਕ ਤੋਂ ਬਾਅਦ 29 ਤਰੀਕ ਤੱਕ ਤੇ 29 ਤਰੀਕ ਤੋਂ ਬਾਅਦ ਅੱਜ 9 ਦਸੰਬਰ ਤੱਕ ਲਟਕਾਇਆ। ਉਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਕਿਸਾਨ ਆਗੂਆਂ ਨੇ ਜਿਸ ਸਿਆਣਪ ਨਾਲ, ਜਿਸ ਸਾਫ਼ ਗੋਈ ਨਾਲ, ਜਿਸ ਸੁਚੱਜੀ ਸੂਝ ਦਾ ਪ੍ਰਗਟਾਵਾ ਦੇ ਕੇ ਹੱਲ ਕੀਤਾ ਆ ਉਹ ਕਾਬਲੇ ਮਿਸਾਲ ਆ। ਤੇ ਇਹਦੇ ਵਿੱਚ ਅਸੀਂ ਇਹ ਗੱਲ ਬਿਲਕੁਲ ਸਾਫ਼-ਸਾਫ਼ ਮੇਰਾ ਆਪਣਾ ਨਿੱਜੀ ਮੰਨਣਾ ਆ ਕਿ ਭਾਵੇਂ ਕਿ ਸਰਕਾਰ ਨੇ ਇਸ ਗੱਲ ਨੂੰ ਹੱਲ ਕਰਨ ਲਈ ਸਮਾਂ ਕਾਫੀ ਲਾ ਦਿੱਤਾ, ਭਾਵੇਂ ਅਸੀਂ ਅੱਜ ਕਹਿ ਦਈਏ ਕਿ ਉਹਨਾਂ ਨੇ
ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਹੱਲ ਕੀਤਾ। ਭਾਵੇਂ ਅਸੀਂ ਕਹਿ ਦਈਏ ਕਿ ਉਹਦੇ ਪਿੱਛੇ ਉਹਨਾਂ ਦੀ ਇੱਕ ਵੱਖਰੀ ਮਨਸ਼ਾ ਆ ਕਿ ਉਹ ਸਿੱਖਾਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਨੇ ਤੇ ਬਾਕੀ ਚੀਜ਼ਾਂ ਨੂੰ ਆਪਣੇ ਨਾਲੋਂ ਥੋੜ੍ਹਾ ਜਿਹਾ ਵੱਖਰਾ ਰੱਖ ਕੇ ਉਹਨਾਂ ਦੀ ਜਿਹੜੀ ਵੋਟਾਂ ਵਾਲੀ ਰਣਨੀਤੀ ਉਹਦੇ 'ਚ ਸਫਲ ਹੁੰਦੀ ਆ। ਕਾਰਨ ਚਾਹੇ ਕੁਝ ਵੀ ਹੋਣ, ਪਰ ਜਿਹੜੀ ਜਿੱਤ ਆ ਉਹ ਜਿੱਤ ਆ। ਜਿਹੜੇ ਮਸਲੇ ਦਾ ਹੱਲ ਲੈ ਕੇ ਕਿਸਾਨ ਉੱਥੇ ਤੱਕ ਪਹੁੰਚੇ ਸੀ, ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਕਮਾਲ ਦੀ ਘਟਨਾ ਆ। ਇਸ ਮੋਰਚੇ ਤੋਂ ਇੱਕ ਗੱਲ ਫੇਰ ਦੁਬਾਰੇ ਸਿੱਧ ਹੋਈ ਆ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਕਹਿਣਾ ਪਿਆ, ਜੰਮੂ ਕਸ਼ਮੀਰ ਦੇ ਵੱਡੇ ਲੀਡਰਾਂ ਨੂੰ, ਕਿ ਇੰਜ ਜੇਕਰ ਅੰਦੋਲਨ ਕੀਤੇ ਜਾਣ ਤੇ ਫਿਰ ਕਿਸੇ ਵੀ ਗੱਲ ਨੂੰ ਲੈ ਕੇ ਅਸੀਂ ਹੱਲ ਜਿਹੜਾ ਆ ਉਹ ਕਰ ਸਕਦੇ ਹਾਂ।